ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਪਾਰੇ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਹੁਕਮ ਸਤ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਫਰਨਾਮਾ ਮੁਖ ਬਾਕ ਪਾਤਸ਼ਾਹੀ ਦਸਵੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸੋ ਬੰਸ ਪ੍ਰਧਾਨਾ। ਪਰਮਾਤਮਾ ਨੇ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਸਤੇ ਸਾਨੂੰ ਪਰਮੇਸ਼ਰ ਦਾ ਰਾਹ ਦੱਸਣ ਵਾਸਤੇ ਆਪਣੇ ਲੜ ਲਾਉਣ ਵਾਸਤੇ ਦਰਸ਼ਨ ਦਿੱਤੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ। ਔਰ ਗੁਰੂ ਕੀ ਬਾਣੀ ਦੁਆਰਾ ਸਾਰੇ ਸੰਸਾਰ ਨੂੰ ਠੰਡ ਪਾਈ ਉਪਦੇਸ਼ ਦਿੱਤਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਸਦਕਾ ਅੱਜ ਅਸੀਂ ਗੁਰੂ ਘਰਾਂ 'ਚ ਬੈਠੇ ਹਾਂ। ਗੁਰੂ ਕੇ ਲੰਗਰ ਚੱਲ ਰਹੇ ਹਨ। 20 ਰੁਪਈਏ ਦਾ ਵਿਆਜ ਸਾਰੀ ਦੁਨੀਆ ਖਾਈ ਜਾਂਦੀ ਹੈ। ਸੱਚਾ ਸੌਦਾ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ। ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਗੁਰਦੁਆਰੇ ਸਾਹਿਬਾਂ ਵਿੱਚ ਕੀਰਤਨ ਤੇ ਕਥਾ ਦੇ ਪ੍ਰਵਾਹ ਵੀ ਚੱਲ ਰਹੇ ਹਨ। ਕਥਾ ਕੀਰਤਨ ਸੁਖਦਾਈ। ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਜਫਰਨਾਮੇ ਦੀ ਭੂਮਿਕਾ ਸਰਵਣ ਕਰਨੀ ਆਰੰਭ ਕੀਤੀ ਹੈ। ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਵਿਜੈ ਪੱਤਰ ਹੈ। ਜਿੱਤ ਦੀ ਚਿੱਠੀ ਹੈ।
ਜਿਹੜੀ ਉਸ ਵੇਲੇ ਦੇ ਹਕੂਮਤ ਦੇ ਮਾਲਕ ਬਾਦਸ਼ਾਹ ਔਰੰਗਜ਼ੇਬ ਵੱਲ ਸੱਚੇ ਪਾਤਸ਼ਾਹ ਜੀ ਨੇ ਭੇਜੀ ਸੀ। ਇਸ ਚਿੱਠੀ ਵਿੱਚ ਮਹਾਰਾਜ ਨੇ ਔਰੰਗਜ਼ੇਬ ਦੀ ਦੁਸ਼ਟ ਆਤਮਾ ਨੂੰ ਝੰਜੋੜਿਆ ਹੈ, ਉਹਦੇ ਪਾਪਾਂ ਦਾ ਖੁਲਾਸਾ ਕੀਤਾ, ਉਹਨੂੰ ਰੱਬ ਦਾ ਰਾਹ ਦੱਸਿਆ, ਨੇਕੀ ਕਰਨ ਦਾ, ਪਰਉਪਕਾਰ ਕਰਨ ਦਾ ਫਰਕ ਤੇ ਪਾਪ ਕਰਨ ਦਾ ਫਰਕ ਦਰਸਾਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ, ਜਿਵੇਂ ਆਪਾਂ ਸਰਵਣ ਕਰ ਚੁੱਕੇ ਹਾਂ, ਸ੍ਰੀ ਅਨੰਦਪੁਰ ਸਾਹਿਬ ਬੜਾ ਵੱਡਾ ਘੇਰਾ 1704 ਦੇ ਵਿੱਚ ਪਿਆ। ਉਸ ਘੇਰੇ ਦੇ ਵਿੱਚ ਖਾਲਸਾ ਜੀ ਦੇ ਕੋਲ ਅੰਨ ਦਾ ਦਾਣਾ ਵੀ ਛਕਣ ਨੂੰ ਨਹੀਂ ਸੀ, ਦੇਖਣ ਨੂੰ ਵੀ ਨਹੀਂ ਸੀ। ਆਕਾਸ਼ ਵਿੱਚ ਪੂਰਨਮਾਸ਼ੀ ਨੂੰ ਚੜ੍ਹਿਆ ਹੋਇਆ ਚੰਨ ਇੰਜ ਲੱਗਦਾ ਸੀ ਕਿ ਰੋਟੀ ਹੋਵੇ ਤੇ ਮੂੰਹ 'ਚ ਪਾ ਲਈਏ। ਦਰਖਤਾਂ ਦੇ ਪੱਤੇ ਵੀ ਸਿੰਘ ਖਾ ਗਏ ਤੇ ਕਮਰ ਕਸੇ ਵਿੱਚ ਆਪਣੇ ਪੇਟ ਦੀਆਂ ਆਂਦਰਾਂ ਦਬਾ ਕੇ ਉਹ ਬਹਾਦਰ ਲੜਦੇ ਰਹੇ। ਔਰ ਬਾਹਰੋਂ ਤੁਰਕਾਂ ਨੇ ਵੀ 10 ਲੱਖ ਫੌਜ ਨੇ ਪੂਰਾ ਜ਼ੋਰ ਲਾਇਆ। ਸਾਰੀ ਕੀਤੀ ਕਰਾਈ ਮਿਹਨਤ ਉਹਨਾਂ ਦੀ ਨਿਸਫਲ ਜਾ ਰਹੀ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਤਾਂ ਉਹਨਾਂ ਤੋਂ ਹਾਰ ਰਹੇ ਸਨ, ਨਾ ਉਹਨਾਂ ਦੇ ਕਾਬੂ ਆ ਰਹੇ ਸਨ, ਤੇ ਨਾ ਹੀ ਗੁਰੂ ਸਾਹਿਬ ਕਿਲ੍ਹਾ ਛੱਡ ਕੇ ਜਾ ਰਹੇ ਸਨ, ਡਟੇ ਬੈਠੇ ਸਨ। ਬਾਹਰੋਂ ਤੁਰਕ ਹਮਲੇ ਵੀ ਹਨ, ਹਮਲਿਆਂ ਦੀ ਵੀ ਅੱਗੋਂ ਮਾਰ ਪੈਂਦੀ ਸੀ, ਤੇ ਰਾਤ ਬਰਾਤੇ ਸਿੰਘ ਅੰਦਰੋਂ ਨਿਕਲ ਕੇ ਤੁਰਕਾਂ ਦੇ ਖਜ਼ਾਨੇ ਵੀ ਲੁੱਟ ਕੇ ਲੈ ਜਾਂਦੇ ਸਨ, ਜ਼ਖੀਰੇ ਲੁੱਟ ਕੇ ਲੈ ਜਾਂਦੇ ਸਨ ਸਿੰਘ। ਤੁਰਕਾਂ ਨੂੰ ਹਰ ਪਾਸਿਓਂ, ਪਹਾੜੀਆਂ ਨੂੰ ਹਰ ਪਾਸਿਓਂ ਮਾਰ ਪੈਂਦੀ ਸੀ। ਬਹੁਤ ਸਮਾਂ ਹੋ ਗਿਆ ਸੀ, ਇਹ ਮੁਹਿੰਮ ਫਤਿਹ ਨਹੀਂ ਸੀ ਹੋ ਰਹੀ। ਔਰ ਫਿਰ ਬਾਦਸ਼ਾਹ ਔਰੰਗਜ਼ੇਬ ਨਾਲ ਗੱਲਬਾਤ ਕੀਤੀ। ਸੂਬਾ ਵਜ਼ੀਰ ਖਾਨ, ਸੂਬਾ ਜ਼ਬਰਦਸਤ ਖਾਨ, ਭੀਮ ਚੰਦ ਰਾਜਾ, 22 ਧਾਰ ਦੇ ਰਾਜਿਆਂ ਨੇ ਗੁਰੂ ਸਾਹਿਬ ਵੱਲ ਇੱਕ ਚਿੱਠੀ ਲਿਖੀ, ਝੂਠੀ ਕਸਮ ਖਾ ਕੇ ਕਿ ਅਸੀਂ ਧਰਮ ਨਾਲ, ਈਮਾਨ ਨਾਲ ਕਹਿੰਦੇ ਹਾਂ ਕਿ ਤੁਹਾਡਾ ਰਾਹ ਨਹੀਂ ਰੋਕਾਂਗੇ, ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਜਿੱਧਰ ਮਰਜ਼ੀ ਚਲੇ ਜਾਓ। ਮਹਾਰਾਜ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਕਹਿਣ ਲੱਗੇ, ਅਸੀਂ ਇਹਨਾਂ ਦੀਆਂ ਕਸਮਾਂ ਤੇ ਇਤਬਾਰ ਨਹੀਂ ਕਰਨਾ। ਸਿੰਘ ਜਿਹੜੇ ਭੁੱਖ ਨਾਲ ਲਾਚਾਰ ਹੋਏ ਸਨ, ਮਾਤਾ ਗੁਜਰੀ ਜੀ ਕੋਲ ਗਏ। ਮਹਾਰਾਜ ਤੇ ਸਤਿਗੁਰਾਂ ਦੇ ਜ਼ੋਰ ਪਵਾਇਆ ਵੀ ਸਤਿਗੁਰੂ ਜੀ ਨੂੰ ਕਹੋ ਕਿ ਅਨੰਦਪੁਰ ਦਾ ਕਿਲ੍ਹਾ ਛੱਡ ਦੇਣ। ਜਦੋਂ ਮਾਤਾ ਜੀ ਨੇ ਸਤਿਗੁਰਾਂ ਨੂੰ ਕਿਹਾ, ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ, ਇਹਨਾਂ ਸਿਆਸੀ ਲੋਕਾਂ ਦੀਆਂ ਚਾਲਾਂ ਨੂੰ ਤੁਸੀਂ ਨਹੀਂ ਸਮਝਦੇ। ਇਹ ਮੂੰਹ ਤੋਂ ਕੁਝ ਬੋਲਦੇ ਹਨ, ਦਿਲ ਵਿੱਚ ਕੁਝ ਹੋਰ ਰੱਖਦੇ ਹਨ। ਜਿਨ ਮਨ ਹੋਰ, ਮੁਖ ਹੋਰ। ਮਨ ਵਿੱਚ ਤਾਂ ਕੁਝ ਹੋਰ ਕਪਟ ਵਸਦਾ ਹੈ, ਪਰ ਮੂੰਹ ਤੋਂ ਕੁਝ ਹੋਰ ਕਹਿੰਦੇ ਹਨ। ਜਿਨ ਮਨ ਹੋਰ, ਮੁਖ ਹੋਰ, ਸੇ ਕਾਂਢੇ ਕੱਚਿਆ। ਇਹ ਕਸਮਾਂ ਜਿਹੜੀਆਂ ਪਾ ਰਹੇ ਨੇ, ਇਹਨਾਂ ਨੇ ਨਹੀਂ ਖਰੇ ਉਤਰਨਾ, ਨਹੀਂ ਪੂਰਾ ਉਤਰਨਾ। ਸੋ ਖਾਲਸਾ ਜੀ ਤੁਰਕਾਂ ਦੀਆਂ ਕਸਮਾਂ ਨੂੰ ਮਹਾਰਾਜ ਨਹੀਂ ਸੀ ਪ੍ਰਵਾਨ ਕਰਦੇ। ਸਿੰਘਾਂ ਨੇ ਬਹੁਤ ਜ਼ੋਰ ਪਾਇਆ। ਇੱਕ ਵਾਰੀ ਤਾਂ ਸਤਿਗੁਰਾਂ ਨੇ ਕਿਹਾ, ਖਾਲਸਾ ਜੀ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਇਹ ਕਸਮਾਂ ਤੇ ਪੂਰੇ ਨਹੀਂ ਉਤਰਨਗੇ। ਮਹਾਰਾਜ ਨੇ ਜਿਹੜੇ ਤੁਰਕ ਚਿੱਠੀ ਲੈ ਕੇ ਆਏ ਸਨ, ਵਕੀਲ ਆਏ ਸਨ, ਉਹਨਾਂ ਨੂੰ ਕਿਹਾ ਕਿ ਅਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੰਦੇ ਹਾਂ, ਪਰ ਸਾਡਾ ਜਿਹੜਾ ਭਾਰ ਬਰਦਾਰੀ ਦਾ ਬੰਦੋਬਸਤ ਕਰੋ। ਬਹੁਤ ਸਾਡੇ ਕੋਲ ਸਮਾਨ ਹੈ, ਖਜ਼ਾਨਾ ਹੈ, ਤੇ ਉਹ ਗੱਡੇ ਸਾਡੇ ਕੋਲ ਹੈ ਨਹੀਂ ਜਿਨ੍ਹਾਂ ਤੇ ਲੱਦ ਕੇ ਲੈ ਜਾਣਾ। ਤੁਸੀਂ ਆਪਣੇ ਗੱਡੇ, ਰੱਥ, ਆਪਣੀਆਂ ਸਵਾਰੀਆਂ ਭੇਜ ਦਿਓ, ਅਸੀਂ ਆਪਣਾ ਸਮਾਨ ਲੱਦਾਂਗੇ। ਤੁਰਕਾਂ ਨੇ ਤੇ ਪਹਾੜੀ ਰਾਜਿਆਂ ਨੇ ਬੜੀ ਖੁਸ਼ੀ ਮਨਾਈ ਔਰ 5000 ਗੱਡੇ ਭੇਜ ਦਿੱਤੇ, ਕਿਉਂਕਿ ਸਤਿਗੁਰਾਂ ਨੇ ਜਿੰਨੇ ਮੰਗੇ ਸਨ
5000 ਗੱਡਿਆਂ ਦੀ ਮੰਗ ਕੀਤੀ, ਕਿਉਂਕਿ ਬਹੁਤ ਵੱਡਾ ਜ਼ਖੀਰਾ ਖਜ਼ਾਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸ਼ੋਅ ਕੀਤਾ ਵੀ ਸਾਡੇ ਕੋਲ ਹੈ। ਉਹਨਾਂ ਨੇ ਓਨਾ ਹੀ ਬੰਦੋਬਸਤ ਕਰ ਦਿੱਤਾ। ਗੱਡੇ ਲੈ ਕੇ ਜਿਹੜੇ ਬੰਦੇ ਆਏ, ਮਹਾਰਾਜ ਨੇ ਆਖਿਆ ਵੀ ਤੁਸੀਂ ਜਾਓ, ਹੁਣ ਅਸੀਂ ਗੱਡਿਆਂ ਤੇ ਮਾਲ ਲੱਦ ਕੇ ਆਪੇ ਲੈ ਆਵਾਂਗੇ। ਉਹਨਾਂ ਨੂੰ ਭੇਜ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਦਾ ਜਿੰਨਾ ਵੀ ਕਬਾੜ ਸੀਗਾ ਉਹ ਮਹਾਰਾਜ ਨੇ ਇਕੱਠਾ ਕਰਵਾ ਲਿਆ। ਘੋੜਿਆਂ ਦੀ ਲਿੱਦ, ਰੂੜੀਆਂ, ਮਰੇ ਹੋਏ ਡੰਗਰਾਂ ਦੇ ਹੱਡ, ਟੁੱਟੀਆਂ ਜੁੱਤੀਆਂ, ਟੁੱਟੀਆਂ ਕਾਠੀਆਂ, ਪੱਥਰ, ਕੰਕਰ, ਰੋੜਾ, ਮਿੱਟੀ ਉਹ ਪੰਡਾਂ 'ਚ ਬੰਨ੍ਹ ਦਿੱਤਾ। ਪੋਟਲੀਆਂ ਬੰਨ੍ਹ ਕੇ ਗੱਡਿਆਂ ਤੇ ਲੱਦ ਕੇ ਉੱਤੇ ਵਧੀਆ ਵਧੀਆ ਪੁਸ਼ਾਕੇ, ਕੀਮਤੀ ਦੁਸ਼ਾਲੇ ਪਾ ਦਿੱਤੇ ਵੀ ਇੰਝ ਲੱਗੇ ਵੀ ਗੁਰੂ ਦਾ ਖਜ਼ਾਨਾ ਜਾ ਰਿਹਾ। ਇਹ ਗੱਡੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਲੱਦ ਕੇ ਤੋਰੇ, ਹਜ਼ਾਰਾਂ ਦੀ ਤਾਦਾਦ ਵਿੱਚ, ਪਹਾੜੀ ਰਾਜਿਆਂ ਦੇ ਔਰ ਤੁਰਕਾਂ ਦੇ ਈਮਾਨ ਫੇਲ ਹੋ ਗਏ। ਐਡਾ ਵੱਡਾ ਖਜ਼ਾਨਾ ਲੁੱਟ ਲਓ। ਉਹਨਾਂ ਨੇ ਹੱਲਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲਦਿਆਂ ਸਾਰੀ ਉਹ ਸਾਰਾ ਖਜ਼ਾਨਾ ਸਮਝ ਕੇ ਲੁੱਟ ਲਿਆ। ਲਿਜਾ ਕੇ ਪੋਟਲੀਆਂ ਉੱਥੇ ਰੱਖੀਆਂ ਜਿੱਥੇ ਨਮਾਜ਼ ਪੜ੍ਹਦੇ ਸਨ, ਪੂਜਾ ਕਰਦੇ ਸਨ, ਵੀ ਸ਼ਾਮ ਨੂੰ, ਰਾਤ ਨੂੰ ਖੋਲਾਂਗੇ। ਪਰ ਜਦੋਂ ਖੋਲੀਆਂ ਤੇ ਸ਼ਰਮਿੰਦੇ ਹੋਏ, ਕਿਉਂਕਿ ਉਹਨਾਂ ਵਿੱਚੋਂ ਘੋੜਿਆਂ ਦੀ ਲਿੱਦ, ਟੁੱਟੇ ਹੋਏ ਛਿੱਤਰ, ਪੱਥਰ, ਕੰਕਰ, ਮਰੇ ਹੋਏ ਡੰਗਰਾਂ ਦੇ ਹੱਡ ਨਿਕਲੇ। ਬੜੇ ਸ਼ਰਮਿੰਦੇ ਹੋਏ। ਮਹੀਨਾ 15 ਦਿਨ ਹੋਰ ਲੰਘ ਗਏ। ਕਹਿਣ ਲੱਗੇ ਸਾਡਾ ਦਾਅ ਨਹੀਂ ਗੁਰੂ ਨੇ ਚੱਲਣ ਦਿੱਤਾ। ਗੁਰੂ ਸਾਡੇ ਨਾਲੋਂ ਬਹੁਤ ਹੁਸ਼ਿਆਰ ਹੈ, ਬਹੁਤ ਤੇਜ਼ ਤਰਾਰ ਹੈ। ਹੁਣ ਕੀ ਕਰੀਏ? ਫਿਰ ਇਹਨਾਂ ਨੇ ਔਰੰਗਜ਼ੇਬ ਨਾਲ ਰਾਬਤਾ ਕਾਇਮ ਕੀਤਾ। ਔਰੰਗਜ਼ੇਬ ਬਾਦਸ਼ਾਹ ਨੇ, ਉਸ ਵੇਲੇ ਇੱਕ ਰਿਵਾਜ ਸੀ, ਕੋਈ ਬਹੁਤ ਵੱਡਾ ਮਸਲਾ ਹੋਵੇ ਤੇ ਉਸ ਮਸਲੇ ਲਈ ਜਿਹੜੀ ਚਿੱਠੀ ਧਰਮ ਨਿਆਂ ਦੀ ਲਿਖੀ ਜਾਂਦੀ ਸੀ ਉਹ ਕੁਰਾਨ ਦੇ ਉੱਪਰ ਲਿਖੀ ਜਾਂਦੀ ਸੀ। ਕੁਰਾਨ ਦੇ ਪਹਿਲੇ ਪੰਨੇ ਦੇ ਉੱਤੇ, ਜਿਹੜੇ ਖਾਲੀ ਪੰਨੇ ਹੁੰਦੇ ਨੇ, ਉਹਨਾਂ ਖਾਲੀ ਪੱਤਰਿਆਂ ਵਿੱਚ ਪੱਤਰਾ ਲਾ ਕੇ ਜਾਂ ਉੱਤੇ ਲਿਖ ਕੇ ਰੱਖ ਦਿੱਤੀ ਜਾਂਦੀ ਸੀ। ਔਰੰਗਜ਼ੇਬ ਨੇ ਆਪਣੇ ਹੱਥ ਨਾਲ ਇੱਕ ਚਿੱਠੀ ਲਿਖੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੁਹਾਡਾ ਸਾਡਾ ਕੋਈ ਵੈਰ ਵਿਰੋਧ ਨਹੀਂ ਹੈ, ਪਰ ਜਿਹੜੀ ਲੜਾਈ ਛਿੜੀ ਹੈ ਇਹਨੂੰ ਨਿਬੇੜਨਾ ਬਹੁਤ ਜ਼ਰੂਰੀ ਹੈ। ਤੁਸੀਂ ਇੱਕ ਵਾਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਕੇ ਚਲੇ ਜਾਓ। ਮੈਨੂੰ ਕੁਰਾਨ ਦੀ ਕਸਮ ਹੈ, ਮੈਂ ਜ਼ਿੰਮੇਵਾਰੀ ਲੈਂਦਾ, ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਕੇ ਜਾਓ, ਰਸਤੇ ਸਾਫ਼ ਮਿਲਣਗੇ। ਜਿੱਧਰ ਮਰਜ਼ੀ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਤੁਸੀਂ ਜਾਓਗੇ, ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਤੁਹਾਡੇ ਜਾਨ ਔਰ ਮਾਲ ਦੀ ਹਿਫਾਜ਼ਤ ਕਰਨੀ ਸਾਡੀ ਜ਼ਿੰਮੇਵਾਰੀ ਹੋਏਗੀ। ਇੱਦਾਂ ਦੀ ਕਸਮ ਕੁਰਾਨ ਪਾ ਕੇ ਔਰੰਗਜ਼ੇਬ ਨੇ ਕੁਰਾਨ ਦੀ ਜਿਲਦ ਦੇ ਉੱਤੇ ਚਿੱਠੀ ਲਿਖ ਕੇ ਗੁਰੂ ਸਾਹਿਬ ਜੀ ਮਹਾਰਾਜ ਵੱਲ ਭੇਜੀ। ਪਹਾੜੀ ਰਾਜਿਆਂ ਨੇ ਵੀ ਔਰ ਸੂਬਾ ਸਰਹੰਦ ਤੇ ਸੂਬਾ ਲਾਹੌਰ ਨੇ ਵੀ ਕਸਮਾਂ ਪਾਈਆਂ ਵੀ ਜੋ ਮਹਾਰਾਜ ਪਿੱਛੇ ਹੋਇਆ ਉਹਦੀ ਸਾਨੂੰ ਬੜੀ ਸ਼ਰਮ ਆ ਰਹੀ ਹੈ। ਕੁਝ ਆਪ ਹੁਦਰੇ ਸਿਪਾਹੀਆਂ ਨੇ ਉਹ ਕਰਤੂਤ ਕੀਤੀ ਹੈ, ਅਸੀਂ ਨਹੀਂ ਕੀਤੀ। ਜਿਨ੍ਹਾਂ ਬੰਦਿਆਂ ਨੇ ਉਹ ਵਾਅਦਾ ਖਿਲਾਫੀ ਕੀਤੀ ਹੈ ਉਹਨਾਂ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ, ਸਜ਼ਾਵਾਂ ਦਿੱਤੀਆਂ ਨੇ, ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਹੈ। ਉਹ ਹੁਣ ਆਪਣੀ ਰੋਟੀ ਤੋਂ ਵੀ ਆਵਾਜ਼ਾਰ ਹਨ। ਤੁਸੀਂ ਮਤ ਚਿੰਤਾ ਕਰੋ ਕਿ ਪਹਿਲੇ ਵਾਲੀ ਕੋਈ ਗੱਲ ਹੋਵੇਗੀ। ਇਹ ਚਿੱਠੀ ਸ੍ਰੀ ਅਨੰਦਪੁਰ ਸਾਹਿਬ ਜਦੋਂ ਆਈ, ਵਕੀਲ ਲੈ ਕੇ ਆਏ, ਪੰਮਾ ਪਰੋਹਤ ਰਾਜਿਆਂ ਦਾ, ਭੀਮ ਚੰਦ ਦਾ, ਔਰ ਇੱਕ ਕਾਜੀ ਗੁਰੂ ਸਾਹਿਬ ਕੋਲ ਪਹੁੰਚੇ, ਨਾਲ ਉਹਨਾਂ ਦੇ ਵਕੀਲ ਆਏ। ਸਿਰ ਤੇ ਕੁਰਾਨ ਚੁੱਕੀ ਹੋਈ, ਗੀਤਾ ਔਰ ਠਾਕਰ ਦੀ ਕਸਮ ਰਾਜਿਆਂ ਵੱਲੋਂ ਵੀ ਖਾਧੀ ਗਈ। ਮਹਾਰਾਜ ਸੁਣਦੇ ਰਹੇ। ਸਾਰੀ ਗੱਲਬਾਤ ਸੁਣ ਕੇ 10ਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਇੱਦਾਂ ਦੀਆਂ 1000 ਕਸਮਾਂ ਹੋਰ ਖਾ ਲਓ,
फिर भी सानू कोई इतबार नहीं है, क्योंकि असी तुहाडी राजनीति नूं, कूटनीति नूं समझदे हां। तुहाडा धर्म नाल दूर दा भी वास्ता नहीं है। तुसी धर्म दी वरतों करदे हो, धर्म दे मखौटे पहनदे हो, पर अंदर तुहाडे धर्म दीन नहीं है। काजी कहन लगा जी इस तो वड्डी हुण तुहानू की असी कसम पा के दईए। बादशाह कसम पा रहे हैं। शहनशाह दी हत्थ दी लिखत तुहाडे कोल आई है औरंगजेब दी, ਉਹ ਹੁਣ ਉਹਦਾ ਤਾਂ ਕੋਈ नहीं खिलाफत कर सकदा। ਉਹ पत्रका ਉਹ चिट्ठी लैके महाराज ने ਤਾਂ जवाब देता सी। भाई संतोख सिंह जी लिखते हैं भी महाराज बिल्कुल नहीं मन्ने, क्योंकि सरबग सतगुरु सन, अपने खालसे का नुकसान नहीं सी कराना चाहते। पर वो वकील माता जी होरां कोल चले गए। माता जी नूं मत्था टेक के कहन लगे, माता जी देखो हुण तां बादशाह भी कसम खा रहे, असीं सारे जिम्मेवारी लै रहे हैं, तुसीं इत्थे परेशान हो रहे हो, सिंह भी परेशान हो रहे ने, ते बच्चिआं नूं भी कई महीने हो गए रोटी खाधी नूं, ते तुसीं अपणियां जानां भी बचाओ ते सानूं भी मुसीबत चों कढो। आनंदपुर दा किला छुड़वा दिओ गुरु साहब नूं। माता जी ने सतगुरां ते जोर पाया, नाल बहुत सारे सिंह भी रल गए ते सतगुरु पातशाह महाराज जी ने जवाब दिता भी माता जी असीं तां जिम्मेवारी नहीं लैंदे। कल नूं कोई इतिहास दे विच इह कहे भी सरबग गुरु नानक दी गद्दी दा मालक हो के ते जान नहीं सकिया भी साडे नाल आ भाणा वरतना। आखो सतनाम श्री वाहिगुरू। क्योंकि गुरु उत्ते उंगल नहीं उठनी चाहिए, गुरु सरबग है। जे गुरु दे विच रत्ती जिन्ना भी अलपगता दा दोष आ जावे ते सिख दा जीवन भ्रष्ट हो जाता है, ते समाज भी टुट जाता है, ते बहुत वड्डा नुकसान हुंदा है। गुरु की सरबगता पूर्ण है। महाराज कहन लगे असीं जाणदे हां जो भाणा वरतना, इस करके असीं जिम्मेवारी अपने मोढियां ते नहीं आउण दिंदे भी गुरु ने किला छड्डिया, जिन्हें जाना है वो लिख के चला जावे भी तू साडा गुरु नहीं, असीं तेरे सिख नहीं। बहुते कच्चे पिलियां ने विधावा लिखता। भुख दा दुख इतना ज्यादा सी, साध संगत जी मौतों भुख बुरी। मौत जिंदगी च एक बारी आउणी है, बार बार नहीं आउणी। भुख रोज 2-3 बारी आउणी है, सवेरे दोपहरे राती। राती सुते खा, सवेरे फिर खड़ी। राती खा के सौईदा, सवेरे भुख फिर दरवाजा खड़कांदी है, रोज आउंदी है। गुरु नानक साहब जी ने मलार राग दे विच दुखां दी एक लिस्ट तैयार कीती है। दुखां दी उस लिस्ट विच महाराज कहंदे दुख विछोड़ा, एक दुख भूख, एक दुख सख्त वार जमदूत। पहला विछोड़े का दुख है, दूजा भुख का दुख है। विछोड़ा जीव आत्मा का परमात्मा नालों पिया होया सारे दुखों का मूल कारण है। ते भुख का दुख रोज ही है, बंदा भटक रहा, आपां सारे भजे फिरदे हैं इनू मिटाण वास्ते। ये मिटदी नहीं, भुखिया भुख न उतरी, जे बन्ना पुरिया भार। पुरियां दे भार बन लो फिर भी नहीं ये मिटदी, ऐसी अजीब है। प्रशादे दी भुख बहुत वड्डी समस्या है सारिਆਂ वास्ते। दसम पातशाह लिखते ने जो ये पेट ना काहू होता। आ जिहड़ा सानू रब ने पेट लाया, जे ना लगा हुंदा, जो ये पेट ना काहू होता, राव रंग काहू को कहता। ये राजा है और ये भिखारी है, कोई नहीं सी कह सकता। राजा मैंने जिहदा पेट रज्जिया होया है, ते भिखारी मैंने जिहदा पेट भुखा है। इस संसार दे विच रज्जे और भुखे
दो किस्म के लोग पेट ने बनाए ने ते भुख बड़ी वड्डी समस्या। सारिਆਂ ਦੇ गोडे टिक जाते, भुख ਦੇ अगे नहीं कोई अड़ सकता। वो बहादुर योधे जिहड़े हाथियों के मुकाबले करने जानते सन, जिहड़े शेरां दे जवाड़े पाड़ दिंदे सन, जिहड़े किलियां नूं तोड़ दिंदे सन, जिहड़े जालम दे दंद खट्टे कर दिंदे सन, भुख दे अगे लाचार हो गए। अखीर 20 दसंबर की शाम 6 पोह माता गुजरी जी कहन लगे, जे साहब जी तुसी नहीं जाते तो मैं जाती हाँ। छोटे साहबजादियां नूं नाल लैके मैं जा रही हाँ। बच्चियां नूं नहीं मैं भुखा देख सकती, माँ आप भुखा रह लैंदी है, पर बच्चियां नूं माँ भुखा नहीं वेख सकती। मेरे सामने मेरे पोतरे मेरे बच्चे भुख नाल लड़ रहे हैं, रोटी वेखिया नूं महीने लंघ गए हैं। ये दुख मैं नहीं जर सकती, मैं चली हाँ। जदों माता जी उठ खड़े होए तो बहुत सारे होर भी शरीर नाल तुरन नूं तैयार हो गए। सतगुरु जी ने वेख्या जे माता बाहर जाएगी कली, कोई नुकसान होवेगा तो उसकी जिम्मेवारी भी साडे ते आएगी। पाना इवें ही वरतना है, क्यों जो लिखिया करतार दा वो सतगुरु जानते सन, पर कोई दोष ना, क्योंकि अजकल बिना दोष के भी दोष ला देंदे हैं। ते जे कोई माड़ी मोटी गल गुरु साहब दे उत्ते आ जावे, भाई गुरु दस नहीं सकिया, गुरु जानदा नहीं सी, गुरु नूं पता नहीं सी, गुरु सरबग नहीं सी, ते नास्तिक लोग बहुते पैदा हो जाणगे। महाराज साहब जी ने लीला रचाई हुई सी, भाणा भी मन्निया ते खालसे नूं सुचेत भी कीता है। सारे पक्ष महाराज ने पूरे रखे है। ते सतगुरु जी ने देखा माता जी चलन लगे, हुक्म देता चलो भाई खालसा जी हुण जिम्मेवारी माता दी है। सारे तुसी मनदे नहीं, ये भी बचन इतिहास च आया भी सतगुरु ने आख्या 20 दिन रुक जाओ, 20 दिनां नूं तुरकां दा घेरा उठ जाएगा, मोर्चे फतेह हो जाणगे, खालसे दा राज करा देंगे। सिंह कहते नहीं महाराज 20 मिनट नहीं रुकिया जाता। महाराज ने आख्या 19 दिन 18 दिन 17 16 15 3 दिन ते आके महाराज रुक गए। 3 दिन ही मन जाओ, कहते 3 मिनट भी नहीं। फिर सतगुरु जी 20 दसंबर की शाम नूं आनंदपुर साहब का किला छड्डिया। जदों फौजां तैयार हो गईयां, सिंह भी तैयार हो गए, माता जी वहीर सारा तैयार हो गया, तो सतगुरु जी गुरुद्वारा सीसगंज साहब गए। श्री आनंदपुर साहब तख्त केसगढ़ साहब तो थोड़ा जा परे जाइए तो गुरुद्वारा सीसगंज साहब है। जिस वेले 9वें पातशाह जी दिल्ली च शहीद होए सन, उन्हां दा सीस भाई जैता जी लैके आए सन। उस जगह ते गुरु महाराज दे सीस दा संस्कार सतगुरु कलगीधर पातशाह ने कीता सी। पुरातन समय तो वह स्थान पूजनीक रहा। गुरु साहब भी उत्थे पहुंचे। अंतम अरदास चाले दी महाराज ने उस स्थान ते बड़े बैराग विच खालसे ने कीती। रात दे कोई 11 बजे का टाइम सी, 10-11 बजे के विचकार, क्योंकि तैयारी करदियां भी 2-2.5 घंटे लग गए सन। ते गुरु कलगीधर महाराज ने अंतम जो बेनती सच्चे पातशाह गुरु तेग बहादुर साहब के चरणों च कीती, भाई संतोख सिंह जी ने बयान की है। महाराज कहते हे गुरु का तेग बहादुर हिंद की चादर 9वें पातशाह, जिन्नी साडे शरीर तो सेवा बण आई असीं कर लई, आप जी दे दरबार की सेवा। महाराज हुण चाले की आग्या बख्शो, ये स्थान इदा आबाद रहन, खालसे का बोलबाला रवे, हर मैदान फतेह होवे ते सिर ते मेहर भरे हथ रखना।
ਅਰਦਾਸ ਕਰਕੇ ਮੱਥਾ ਟੇਕ ਕੇ ਜਦੋਂ ਮਹਾਰਾਜ ਨੇ ਖਾਲਸੇ ਵੱਲ ਵੇਖਿਆ, ਪਿੱਛੇ ਖੜੇ ਸਾਰੇ ਸ਼ਸਤਰਧਾਰੀ ਸਿੰਘ ਉਸ ਵੇਲੇ ਬੈਰਾਗ ਦੀ ਮੂਰਤੀ ਬਣੇ ਹੋਏ ਸਨ। ਮਹਾਰਾਜ ਸਾਹਿਬ ਜੀ ਨੇ ਭਾਈ ਗੁਰਬਖਸ਼ ਜੀ ਉਦਾਸੀ ਸਾਧੂ, ਉਹਨਾਂ ਵੱਲ ਵੇਖ ਕੇ ਬਚਨ ਕੀਤਾ, ਤੁਸੀਂ ਇਸ ਸਥਾਨ ਦੀ ਸੇਵਾ ਕਰੋ। ਕਿਉਂਕਿ ਸਿੰਘ ਹੋਰ ਕੋਈ ਸੇਵਾ ਨੂੰ ਤਿਆਰ ਨਹੀਂ ਸੀ ਰਹਿਣ ਨੂੰ। ਪਿੱਛੇ ਉਦਾਸੀ ਮਹਾਤਮਾ ਜੀ, ਬਾਬਾ ਗੁਰਬਖਸ਼ ਜੀ, ਜੋ ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾਇ ਉਦਾਸੀ ਸੰਤਾਂ ਦੀ, ਮਹਾਂਪੁਰਸ਼ਾਂ ਦੀ, ਉਹਦੇ ਵਿੱਚ ਉਹ ਬੜੀ ਕਰਨੀ ਵਾਲੇ ਸਾਧੂ ਸਨ। ਮਹਾਰਾਜ ਕਹਿਣ ਲੱਗੇ, ਸੰਤ ਜੀ ਇੱਥੇ ਰਹਿ ਕੇ ਤੁਸੀਂ ਅਸਥਾਨ ਗੁਰੂ 9ਵੇਂ ਪਾਤਸ਼ਾਹ ਦੇ ਝਾੜੂ ਦੀ ਤੇ ਦੀਵੇ ਦੀ ਸੇਵਾ ਸੰਭਾਲੋ। ਬਾਬਾ ਗੁਰਬਖਸ਼ ਜੀ ਕਹਿਣ ਲੱਗੇ, ਮਹਾਰਾਜ ਸਾਰਿਆਂ ਨੂੰ ਲੈ ਚੱਲੇ ਹੋ, ਮੈਨੂੰ ਇਕੱਲੇ ਨੂੰ ਛੱਡ ਜਾਓਗੇ, ਇੱਥੇ ਮੈਂ ਕੀ ਖਾਵਾਂਗਾ ਇਕੱਲਾ। ਕਿਉਂਕਿ ਜਿੱਥੇ ਵੀ ਇਨਸਾਨ ਨੇ ਰਹਿਣਾ ਰੋਟੀ ਪਾਣੀ ਜ਼ਰੂਰ ਚਾਹੀਦਾ। ਸਤਿਗੁਰੂ ਕਹਿਣ ਲੱਗੇ, ਸੰਤ ਜੀ ਤੁਸੀਂ ਸੇਵਾ ਕਰਿਆ ਜੇ, ਗੱਡਾ ਅਨਾਜ ਦਾ ਹਰ ਵੇਲੇ ਭਰਿਆ ਦਰਵਾਜ਼ੇ ਤੇ ਖੜਾ ਰਿਹਾ ਕਰੇਗਾ, ਰਸਤਾ ਆਉਂਦੀਆਂ ਰਹਿਣਗੀਆਂ, ਤੁਸੀਂ ਲੰਗਰ ਵਰਤਾਈ ਜਾਓਗੇ, ਤੁਹਾਡੇ ਵੱਲ ਕੋਈ ਨਹੀਂ ਦੇਖ ਸਕੇਗਾ। ਸੋ ਬਾਬਾ ਗੁਰਬਖਸ਼ ਜੀ ਨੂੰ ਬਖਸ਼ਿਸ਼ ਕਰਕੇ ਮਹਾਰਾਜ ਚਾਲਾ ਮਾਰਿਆ। ਜਦੋਂ ਤੁਰਨ ਲੱਗੇ ਤਾਂ ਇੱਕ ਸਿੰਘ ਆਇਆ, ਕਹਿਣ ਲੱਗਾ, ਜੀ ਮਿਸਾਲਾਂ ਬਾਲਣੀਆਂ ਨੇ, ਰੋਸ਼ਨੀ ਕਰਨੀ, ਰਸਤੇ 'ਚ ਦਿਖਦਾ ਨਹੀਂ, ਕੁਝ ਹਨੇਰਾ ਹੈ, ਤੇ ਮਿਸਾਲਾਂ ਲਈ ਤੇਲ ਕੋਈ ਨਹੀਂ ਹੈ, ਨਾ ਘਿਓ ਹੈ ਨਾ ਤੇਲ ਹੈ, ਕਿਉਂਕਿ ਜਿਹੜੀ ਮਿਸਾਲ ਬਾਲਦੇ ਉਹ ਤੇਲ ਨਾਲ ਬਲਦੀ। ਮਹਾਰਾਜ ਕਹਿਣ ਲੱਗਿਆ, ਲਓ ਸਾਡੇ ਹੱਥ ਦਾ ਬਰਛਾ ਲੈ ਜਾਓ, ਤੇ ਜਿਹੜਾ ਗੁਰੂ ਕੇ ਮਹਿਲਾਂ 'ਚ ਖੂਹ ਹੈ ਉਹਦੇ ਇੱਕ ਪਾਸੇ ਪਾਣੀ ਵਿੱਚ ਲਾ ਦਿਓ, ਪਾਣੀ ਦਾ ਤੇਲ ਬਣ ਜਾਏਗਾ। ਸਾਧ ਸੰਗਤ ਜੀ, ਉਸ ਪਾਸਿਓਂ ਗੁਰੂ ਕੇ ਸਿੱਖਾਂ ਨੇ ਬਰਛੇ ਦੀ ਨੋਕ ਛੁਆਈ, ਬਾਲਟੀਆਂ ਨਾਲ ਜਲ ਕੱਢਿਆ, ਜਲ ਨਹੀਂ ਸੀ ਤੇਲ ਸੀ। ਮਸਾਲਾਂ ਬਾਲੀਆਂ, ਰਸਤਾ ਵੇਖ ਕੇ ਸਿੰਘ ਜਦੋਂ ਤੁਰੇ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਕੋਈ 3 ਕਿਲੋਮੀਟਰ 4 ਕਿਲੋਮੀਟਰ ਅੱਗੇ ਆਏ। ਬਾਬਾ ਅਜੀਤ ਸਿੰਘ ਸਾਹਿਬਜ਼ਾਦਾ ਮੁੜ ਪਿੱਛੇ ਦੇਖਦਾ ਤੇ ਭਾਈ ਚੌਪਾ ਸਿੰਘ ਖਿਡਾਵੇ ਨੇ ਪੁੱਛਿਆ, ਸਾਹਿਬ ਜੀ ਆਪ ਪਿੱਛੇ ਮੁੜ ਕੇ ਕੀ ਦੇਖਦੇ ਹੋ? ਭਾਈ ਚੌਪਾ ਸਿੰਘ ਜੋ ਸੀ ਇਹਨੇ ਪਟਨੇ ਸਾਹਿਬ 10ਵੇਂ ਪਾਤਸ਼ਾਹ ਨੂੰ ਵੀ ਖਿਡਾਇਆ ਤੇ 4 ਸਾਹਿਬਜ਼ਾਦੇ ਵੀ ਆਪਣੀ ਗੋਦ ਵਿੱਚ ਖਿਡਾਏ ਨੇ। ਇੱਕ ਰਹਿਤਨਾਮਾ ਵੀ ਸਭ ਤੋਂ ਵੱਡਾ, ਜਿਹੜਾ 1400 ਰਹਿਤਾਂ ਲਿਖੀਆਂ, ਉਹ ਭਾਈ ਚੌਪਾ ਸਿੰਘ ਨੇ ਲਿਖੀਆਂ, ਜਿਹਨੂੰ ਖਾਸ ਦਸਖਤੀ ਰਹਿਤਨਾਮਾ ਕਹਿੰਦੇ ਆ। ਉਹਦੇ ਉੱਤੇ ਸਾਹਿਬ ਕਲਗੀਧਰ ਜੀ ਦੇ ਦਸਖਤ ਹੋਏ, ਮੋਹਰ ਲੱਗੀ ਪ੍ਰਵਾਨਗੀ ਦੀ। ਸੋ ਖਾਲਸਾ ਜੀ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿੱਛੇ ਆ ਰਹੇ ਸਨ। ਚੌਪਾ ਸਿੰਘ ਨੇ ਅਜੀਤ ਸਿੰਘ ਨੂੰ ਪੁੱਛਿਆ ਤੇ ਸਾਹਿਬ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ, ਮੈਂ ਦੇਖਦਾ ਹਾਂ ਜਿਹੜੀ ਨਗਰੀ 'ਚ ਖਾਲਸਾ ਪੈਦਾ ਹੋਇਆ ਹੈ, ਜਿਹੜੀ ਨਗਰੀ 'ਚ ਅਸੀਂ ਪੈਦਾ ਹੋਏ ਹਾਂ, ਖੇਡੇ ਹਾਂ, ਉਹ ਨਗਰੀ ਅਨੰਦਪੁਰ ਸਾਹਿਬ ਦੀ ਅਸੀਂ ਹੁਣ ਛੱਡ ਚੱਲੇ ਹਾਂ। ਕਿਆ ਸਾਨੂੰ ਮੁੜ ਕੇ ਇਸ ਨਗਰੀ ਦੇ ਦਰਸ਼ਨ ਹੋਣਗੇ? ਆਪਣਾ ਪਿੰਡ ਹਰ ਇੱਕ ਨੂੰ ਪਿਆਰਾ ਹੁੰਦਾ ਹੈ, ਆਪਣਾ ਘਰ ਛੱਡ ਕੇ ਜਾਣਾ ਬੜਾ ਔਖਾ ਹੈ। ਸਾਧ ਸੰਗਤ ਜੀ, ਬਾਬਾ ਚੌਪਾ ਸਿੰਘ ਜਦੋਂ ਇਹ ਗੱਲ ਸੁਣੀ ਤੇ ਧਾਈ ਮਾਰ ਕੇ ਰੋ ਪਏ, ਬੈਰਾਗ 'ਚ ਆ ਗਏ, ਅੱਖਾਂ 'ਚ ਹੰਝੂ ਵਗਣ ਲੱਗ ਪਏ, ਨਾਲ ਖੜੇ ਹੋਰ ਸਿੰਘ ਵੀ ਰੋਣ ਲੱਗ ਪਏ। ਸਾਹਿਬ ਮਹਾਰਾਜ ਕਲਗੀਧਰ 10 ਕਦਮ ਪਿੱਛੇ ਆ ਰਹੇ ਸਨ, ਘੋੜੇ ਤੇ ਨੇੜੇ ਆ ਗਏ, ਕਹਿੰਦੇ ਚੌਪਾ ਸਿੰਘ ਕੀ ਗੱਲ? ਚੌਪਾ ਸਿੰਘ ਕਹਿੰਦਾ, ਮਹਾਰਾਜ ਸਾਹਿਬ ਪੁੱਛਦੇ ਨੇ ਬਾਬਾ ਅਜੀਤ ਸਿੰਘ ਜੀ ਕਿ ਅਨੰਦਪੁਰ ਸਾਹਿਬ ਅਸੀਂ ਆਵਾਂਗੇ ਮੁੜ ਕੇ? ਮਹਾਰਾਜ ਕਹਿਣ ਲੱਗੇ, ਪੁੱਤਰ ਅਜੀਤ ਸਿੰਘ, ਹਰ ਸਾਲ ਹੋਲੇ ਮਹੱਲੇ ਤੇ ਆਪਾਂ ਆਇਆ ਕਰਾਂਗੇ। ਜਦੋਂ ਖਾਲਸਾ ਇਕੱਠਾ ਹੋਇਆ ਕਰੇਗਾ, ਖਾਲਸੇ 'ਚ ਆਪਾਂ ਵਰਤਿਆ ਕਰਾਂਗੇ। ਇਹ ਆਪਣੀ ਨਗਰੀ ਆਪਣੀ ਰਹਿਣੀ ਹੈ। ਐਸੇ ਵਚਨ ਕਰਕੇ ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਲੰਘੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸਿਆਹੀ ਟਿੱਬੀ, ਪਰਿਵਾਰ ਵਿਛੋੜਾ, 2-3 ਸਥਾਨ ਇਤਿਹਾਸੀ ਹਨ। ਸਿਆਹੀ ਟਿੱਬੀ ਦੇ ਕੋਲ ਜਦੋਂ ਪਹੁੰਚੇ ਤੇ ਸਾਧ ਸੰਗਤ ਜੀ, ਖਵਾਜਾ ਮਰਦੂਦ ਅਲੀ ਨੇ ਰੌਲਾ ਪਾਤਾ ਵੀ ਜਿਹੜੇ ਬਾਜ ਨੂੰ ਪਿੰਜਰੇ 'ਚ ਪਾਣ ਵਾਸਤੇ ਇੰਨਾ ਕੁਝ ਕੀਤਾ, ਉਹਦਾ ਨਿਕਲ ਚੱਲਿਆ ਜੇ।
ਇਹਨਾਂ ਨੇ ਬਹੁਤ ਜ਼ਬਰਦਸਤ ਹੱਲਾ ਬੋਲ ਦਿੱਤਾ। ਸਾਹਿਬ ਬਾਬਾ ਅਜੀਤ ਸਿੰਘ ਜੀ ਪਰਿਵਾਰ ਨੂੰ, ਵਹੀਰ ਨੂੰ ਬਚਾਉਂਦੇ ਲੜ ਰਹੇ ਸਨ। ਸਤਿਗੁਰੂ ਸਰਸਾ ਦੇ ਪਹੁੰਚ ਚੁੱਕੇ ਸਨ। ਅੱਗੇ ਸਰਸਾ ਨਦੀ ਬੜੀ ਚੜ੍ਹੀ ਹੋਈ ਸੀ। ਬੜਾ ਮਾਰੂ ਘਮਸਾਨ ਦਾ ਜੰਗ ਸ਼ਾਹੀ ਟਿੱਬੀ ਤੇ ਮਚ ਗਿਆ। ਮਹਾਰਾਜ ਨੇ ਪੁੱਛਿਆ ਪਿੱਛੇ ਕੌਣ ਲੜ ਰਿਹਾ ਹੈ? ਸਿੰਘਾਂ ਨੇ ਆਖਿਆ ਜੀ ਸਾਹਿਬ ਅਜੀਤ ਸਿੰਘ ਜੀ ਲੜ ਰਹੇ ਹਨ। ਮਹਾਰਾਜ ਨੇ ਜਰਨੈਲ ਉਦੇ ਸਿੰਘ ਨੂੰ ਆਖਿਆ ਜਾਓ ਭਾਈ ਉਦੇ ਸਿੰਘ ਜੀ ਸਾਹਿਬ ਅਜੀਤ ਸਿੰਘ ਹੋਰਾਂ ਨੂੰ ਅੱਗੇ ਲੈ ਕੇ ਆਓ। ਬਾਬਾ ਉਦੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਪੁੱਤਰ, ਭਾਈ ਬਚਿੱਤਰ ਸਿੰਘ ਜੀ ਦੇ ਭਰਾ, ਬੜੇ ਬਹਾਦਰ ਜਰਨੈਲ ਸਨ, ਖਾਲਸੇ ਦੇ ਕਮਾਂਡਰ ਇਨ ਚੀਫ ਸਨ ਵੱਡੇ ਸਾਰੀ ਫੌਜ ਦੇ। ਉਹ ਜੰਗ ਦੀਆਂ ਸਾਰੀਆਂ ਤਰਕੀਬਾਂ ਬਣਾਇਆ ਕਰਦੇ ਸਨ। 50 ਸਿੰਘਾਂ ਦਾ ਜਥਾ ਲੈ ਕੇ ਸ਼ਾਹੀ ਟਿੱਬੀ ਤੇ ਵਾਪਸ ਪਹੁੰਚੇ। ਸਾਹਿਬ ਬਾਬਾ ਅਜੀਤ ਸਿੰਘ ਨੂੰ ਬੇਨਤੀ ਕੀਤੀ ਤੁਸੀਂ ਅੱਗੇ ਚੱਲੋ, ਮਹਾਰਾਜ ਯਾਦ ਕਰਦੇ ਮੈਂ ਰੋਕਦਾ ਤੁਰਕਾਂ ਨੂੰ। ਉੱਥੇ ਬੜਾ ਘਮਸਾਨ ਦਾ ਯੁੱਧ ਰਾਤ 12-1 ਵਜੇ ਦਾ ਸ਼ੁਰੂ ਹੋਇਆ। ਸਵੇਰ ਦੇ 4:30 ਵਜੇ ਤੱਕ ਬਾਬਾ ਉਦੇ ਸਿੰਘ ਜੀ ਲੜਦੇ ਰਹੇ। 4.5 ਘੰਟੇ, ਡੇਢ ਪੈਰ ਖੜੇ ਖੜਿਆਂ ਦੇ ਪ੍ਰਾਣ ਨਿਕਲੇ। ਸਾਧ ਸੰਗਤ ਜੀ ਬਾਬਾ ਉਦੇ ਸਿੰਘ ਜੀ ਖੜੇ ਖੜੇ ਸਰੀਰ ਛੱਡਿਆ ਤੇ ਫਿਰ ਸਰੀਰ ਡਿੱਗਾ ਜਦੋਂ ਪ੍ਰਾਣ ਨਿਕਲ ਗਏ। ਉੱਥੇ ਉਹਨਾਂ ਦਾ ਅੰਗੀਠਾ ਹੈ ਸ਼ਾਹੀ ਟਿੱਬੀ ਤੇ। ਉੱਥੋਂ ਸਰਸਾ ਨਦੀ ਬੜੀ ਚੜੀ ਹੋਈ ਸੀ। ਪਾਰ ਕਰਦਿਆਂ ਹੋਇਆਂ ਬੜਾ ਭਾਰੀ ਨੁਕਸਾਨ ਹੋਇਆ। ਬਹੁਤ ਸਾਰੇ ਕੀਮਤੀ ਗ੍ਰੰਥ, ਗੁਰੂ ਕਾ ਖਜ਼ਾਨਾ ਸਭ ਬਰਬਾਦ ਹੋ ਗਿਆ। ਔਰ ਇੱਥੇ ਹੀ ਮਹਾਰਾਜ ਦਾ ਤੇ ਸੰਗਤਾਂ ਦੇ ਪਰਿਵਾਰਾਂ ਦਾ ਵਿਛੋੜਾ ਹੋਇਆ। ਬਹੁਤ ਸਾਰੇ ਬੱਚੇ, ਬੀਬੀਆਂ, ਬੁੱਢੇ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਨਦੀ 'ਚ ਹੀ ਰੁੜ ਗਏ। ਬਹੁਤ ਸਾਰੇ ਸਿੰਘ ਵੀ ਰੁੜ ਗਏ। 40 ਸਿੰਘ, 2 ਸਾਹਿਬਜ਼ਾਦਿਆਂ ਸਮੇਤ ਕੁਝ ਹੋਰ ਫੌਜਾਂ ਪਾਰ ਹੋਈਆਂ ਤੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਨਾਲ ਵੱਖਰੇ ਪਾਸੇ, ਸਤਿਗੁਰੂ ਜੀ ਵੱਖਰੇ ਪਾਸੇ ਹੋ ਗਏ। ਤੇ ਅੱਗੇ ਮਲਕਪੁਰ ਰੰਘਣਾ ਇੱਕ ਪਿੰਡ ਆਉਂਦਾ, ਤੁਸੀਂ ਰੋਪੜ ਤੋਂ ਜਦੋਂ ਚੱਲਦੇ ਹੋ 4-5 ਮੀਲ ਅੱਗੇ ਆਉਂਦਾ ਹੈ। ਪਰ ਮਲਕਪੁਰ ਤੇ ਰੰਘੜਾ ਨੇ ਰਾਹ ਰੋਕ ਲਿਆ। ਅੱਗੋਂ ਦੀ ਪਿੱਛੇ ਦੁਸ਼ਮਣ ਆ ਰਿਹਾ ਸੀ, ਅੱਗੇ ਰੰਘੜ ਬੰਦੂਕਾਂ ਲੈ ਕੇ ਗੋਲੀ ਚਲਾਉਣ ਲੱਗ ਪਏ। ਬਾਬਾ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਆਨੰਦਪੁਰ 'ਚ ਕੀਤਾ ਸੀ, ਉਹਨਾਂ ਦੀ ਵੱਖੀ 'ਚ 2 ਗੋਲੀਆਂ ਵੱਜ ਗਈਆਂ। ਭਾਈ ਬਚਿੱਤਰ ਸਿੰਘ ਜੀ ਹੋਰਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਆਪਣੇ ਘੋੜੇ ਤੇ ਬਿਠਾ ਕੇ ਦੁਸ਼ਮਣ ਦੇ ਘੇਰੇ 'ਚੋਂ ਬੜੀ ਮੁਸ਼ਕਲ ਨਾਲ ਭੱਠਾ ਸਾਹਿਬ ਲੈ ਕੇ ਪਹੁੰਚੇ। ਉੱਥੇ ਸਤਿਗੁਰੂ ਜੀ ਨੂੰ ਨਿਹੰਗਾਂ ਨੇ ਬੇਨਤੀ ਕੀਤੀ ਮੇਰੇ ਘਰ ਚਰਨ ਪਾਓ। ਭੱਠੇ ਵਾਲਾ ਮਾਲਕ ਸੀ ਉਹ। ਸਤਿਗੁਰਾਂ ਦੇ ਚਰਨ ਪਏ, ਭੱਠਾ ਠੰਡਾ ਹੋ ਗਿਆ ਸੀ ਤੇ ਉਹ ਫਿਰ ਸਤਿਗੁਰਾਂ ਨੂੰ ਆਪਣੇ ਘਰ ਹਵੇਲੀ ਵਿੱਚ ਲੈ ਗਿਆ। ਸਿੰਘਾਂ ਸਮੇਤ ਪਾਤਸ਼ਾਹ ਹਵੇਲੀ ਚਰਨ ਪਾਏ। ਨਿਹੰਗਾਂ ਕਹਿਣ ਲੱਗਾ ਮਹਾਰਾਜ ਹਵੇਲੀ ਤੁਹਾਡੀ ਹੈ। ਮੁਸਲਮਾਨ ਪਠਾਨ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਕਿਸੇ ਕੌਮ ਦੇ ਵੈਰੀ ਨਹੀਂ ਸਨ। ਮਹਾਰਾਜ ਦਾ ਕਿਸੇ ਕੌਮ ਨਾਲ ਜੰਗ ਨਹੀਂ ਸੀ, ਤਾਂ ਜ਼ੁਲਮ ਨਾਲ, ਪਾਪ ਨਾਲ ਸੀ। ਬਹੁਤ ਸਾਰੇ ਮੁਸਲਮਾਨ ਸੇਵਕ ਸਨ। ਉਹ ਕਹਿਣ ਲੱਗਾ ਇਹ ਹਵੇਲੀ ਤੁਹਾਡੀ ਹੈ, ਇਹਦੇ 'ਚ ਰਹਿ ਕੇ ਦੁਸ਼ਮਣ ਦਾ ਮੁਕਾਬਲਾ ਕਰੋ, ਮੈਂ ਵੀ ਕਰਾਂਗਾ। ਸਾਹਿਬ ਕਲਗੀਧਰ ਕਹਿਣ ਲੱਗੇ ਨਿਹੰਗਾਂ ਤੇਰੀ ਹਵੇਲੀ ਛੋਟੀ ਹੈ, ਦੁਸ਼ਮਣ ਬਹੁਤ ਨੇੜੇ ਪਹੁੰਚ ਚੁੱਕਾ ਹੈ। ਅਸੀਂ ਦੁਸ਼ਮਣ ਨੂੰ ਭਜਾ ਕੇ ਮਾਰਨਾ ਚਾਹੁੰਦੇ ਹਾਂ। ਰਣ ਦੀ ਇੱਕ ਨੀਤੀ ਹੁੰਦੀ ਹੈ, ਜਿੰਨਾ ਦੁਸ਼ਮਣ ਦੌੜੇਗਾ ਥੱਕ ਜਾਏਗਾ, ਅੱਗੇ ਨਿਕਲਣ ਦਾ ਮੌਕਾ ਬਣੇਗਾ। ਜੇ ਉਹਨੂੰ ਉਹਦੇ ਕੋਲ ਹੀ ਜਾ ਕੇ ਮਿਲ ਗਏ ਤੇ ਉਹ ਘੇਰ ਕੇ ਮਾਰ ਦੇਵੇਗਾ। ਸੋ ਮਹਾਰਾਜ ਕਹਿੰਦੇ ਅਸੀਂ ਜਿੰਨਾ ਹੋ ਸਕਿਆ ਅੱਗੇ ਜਾਵਾਂਗੇ। ਤੂੰ ਇਸ ਹਵੇਲੀ 'ਚ ਪਰਿਵਾਰ ਸਮੇਤ ਰਹਿੰਦਾ, ਤੇਰੇ ਪਰਿਵਾਰ ਦਾ ਵੀ ਨੁਕਸਾਨ ਨਾ ਹੋਵੇ। ਪਰ ਇੱਕ ਸੇਵਾ ਤੂੰ ਕਰਨਾ ਚਾਹੇ ਤਾਂ ਕਰ ਲੈ। ਆ ਸਿੰਘ ਸਾਡਾ ਜ਼ਖਮੀ ਹੈ ਭਾਈ ਬਚਿੱਤਰ ਸਿੰਘ, ਜਿੰਨਾ ਚਿਰ ਇਹਦਾ ਸਰੀਰ ਹੈ ਇਹਦੀ ਸੇਵਾ ਕਰ। ਭਾਈ ਬਚਿੱਤਰ ਸਿੰਘ ਜੀ ਨੂੰ ਅੰਦਰ ਪਾ ਲਿਆ। ਮਹਾਰਾਜ ਉੱਥੋਂ ਸਵੇਰੇ 7 ਪੋਹ ਨੂੰ ਸਵੇਰੇ 21 ਦਸੰਬਰ ਸਵੇਰੇ ਚਮਕੌਰ ਸਾਹਿਬ ਪਹੁੰਚੇ ਸਨ। 3-4 ਰਸਤੇ 'ਚ ਟਿਕਾਣੇ ਹਨ ਜਿੱਥੇ ਕੁਝ ਮਿੰਟਾਂ ਲਈ ਜਲ ਛਕਿਆ। ਸਤਿਗੁਰਾਂ ਨੇ ਘੋੜਾ ਖੜਾ ਕੀਤਾ ਤੇ ਤੁਰ ਪਏ, ਖੜਾ ਕੀਤਾ ਤੇ ਤੁਰ ਪਏ। ਤੇ ਪਿੱਛੇ ਭਾਈ ਬਚਿੱਤਰ ਸਿੰਘ ਹੋਰਾਂ ਨੂੰ ਸਾਧ ਸੰਗਤ ਜੀ
2 दिन उस घर च रहना प्राप्त होया। दूसरे दिन ही कहते तुर्कां दी फौज ਜਿਹੜੇ पठान सन रोपड़ के थानेदार वो फौज लैके आ गए, हवेली नूं घेरा पा लिया। कहन लगे तुहाडे घर गुरु ठहरिया होया, गुरु दे सिख ठहरे होए। निहंखा कहन लगा मेरे घर की तलाशी ले लो, चप्पा चप्पा देख लो, मेरे घर कोई गुरु नहीं, गुरु के सिख नहीं। मेरी लड़की जवान और ओदा घर वाला अंदर लम्मे पे है, मेरे घर विच नहीं किसी ने वड़ना, तलाशी लैनी है तुसी लै सकते हो। साध संगत जी, निहंखा की बेटी का नाम सी मुमताज बेगम। मुमताज पठाना की बसी मंगी भी हुई सी, ब्याह होना सी ओदा। अंदर उन्हें सुन लिया भी मेरे पिता जी कह रहे हैं भी मेरा जवाई अंदर है। वो समझ गई कि इस सिंह नूं मेरा पति कह के शो कर रहे ने। उन्हें पहरा दिता, पखा चलती, सेवा करती रही। भाई साहब पए रहे मंजे ते, अखीरला समा सी उन्हां दा भी। तुर के समझ के भी धी जवाई हैं वो वापस मुड़ गए। उस बच्ची तुर्क मुसलमानी लड़की का इस संसार च 130 साल बसेरा होया है। 130 साल उहदी उम्र होई है, शादी नहीं कराई। दूसरी रात भाई बचित्र सिंह चढ़ाई कर गए सन, तो जदों भाई साहब के सवास पूरे होए उस 15-20 मिनट बाद 2 सिंह गुरसा सिंह ते बग्गा सिंह वो गुरु साहब का पता करते करते गूणिया पिंड दे सन। वो निहंखा दे घर आए, कहते भी सानू पता लगा गुरु साहब इत्थे आए सन, कोई सानू सूद महाराज की सूद दो। निहंखा कहन लगा महाराज तो परसों दे चले गए, पर एक सिंह छड़ गए सन, हुणे हुणे वो पूरा हो गया। असी मुसलमान हाँ, सानू तुहाडी मर्यादा का पता नहीं, तुसीं अपनी रीति नाल उहदा संस्कार कर लो। 2 सिंघां ने रात वेले भाई साहब का संस्कार उस हवेली दे विच कीता जिथे अजकल उन्हां दी यादगार बन चुकी है। सो खालसा जी, वो बीबी ने 100-125 साल उम्र पाई है। तो चंडीगढ़ तो जो PGI वाला रस्ता अगे जाओ मुल्लापुर गरीबदास, उस तो कोई 25 किलोमीटर अगे पहाड़ विच उहदा तप स्थान है। शादी नहीं कराई, ये समझ के कि बचित्र सिंह मेरा पति है। सारी उम्र उसने जप तप किया, उत्थे शरीर त्यागया, रिधियां सिद्धियां दी मालक बन गई। जो वचन कहती सी पूरा हुंदा सी। उस बीबी का गुरुद्वारा उत्थे बनिया होया है। महाराज चमकौर साहब पहुंचे, ते जदों महाराज चमकौर की गढ़ी विच प्रवेश किया, बहुत विस्तार वाली कथा है चमकौर साहब की। 10 लाख वैरी ने घेरा पा लिया, ख्वाजा महमूद अली ने और महाराज सच्चे पातशाह जी ने इस चमकौर की गढ़ी विच 8 पोह 22 दिसंबर 1704 नूं दुनिया का सब तो लाशानी जंग लड़िया। एक पासे 40 भुखे पहाड़े सिंह, एक पासे 10 लाख वैरी चढ़ के आया। ऐसा युद्ध संसार च किते नहीं होया। 10 लाख का मुकाबला 40 सिंघां ने किया। बड़ी खून डोलवी लड़ाई हुई, बड़ा जंग होया। वो जिहड़े कहंदे सी कसमां पा के भी गुरु गोबिंद सिंह असीं तुहाडा राह नहीं रोकांगे, सारियां कसमां भुल गए। उस जंग विच ख्वाजा महमूद अली मूहरे होके चढ़ के आया, पर जदों सतगुरु जी ने मारिया तीर नार खान उहदे भरा नूं, नार खां पौड़ी ला के चढ़न लगा सी। जफरनामे 'च सारियां गल्लां आउणियां ने, ये तां आपां कथा दी भूमिका 'च दस्सिया भी उस वेले होया की सी, क्यों जफरनामा लिखिया गया, इहदे 'च किहड़ियां-किहड़ियां गल्लां आउणियां ने। वो जिहड़े कसमां खा के आए कसमां भुल गए। नार खां चढ़न लगा पौड़ी, महाराज ने तीर मार के पार लंघा दिता। गनी खां आया, वो भी मार दिता। ते महमूद अली जिहड़ा सी उन्हें आख्या भी ये मैनू लगे मारन। हुण वो गंदी नाली सी पिंड दी वहणी सड़क किले दे नाल, उहदे विच डिग के लम्मा पै के सरक गया। वो भी कथा होनी है। सतगुरु जी ने जंग लड़िया, 2 साहिबजादे अते 40 सिंघां ने बहादरी नाल शहीदियां पाईयां। शाम का समा होया,
शाम के समय महाराज को 5 सिंह सन। कवि संतोख सिंह साहब जी लिखते हैं, संध्या हुती भवीखना बोलत बरिंद गुमाए, पंच बीर गुरु तीर हुते तिन कवि नाम सुनाए। भवीखना का मतलब होंदा डराउणी जी शाम। जिस शाम नूं किसी पिंड च बंदा मरिया होवे ना, किसी पिंड विच एक बंदा मरिया होवे, ਉਹਦਾ संस्कार करके आईए ना, तो रात जिहड़ी है ना सारे पिंड लई बड़ी डराउणी हुंदी है। सारिਆਂ ਦੇ माइंड उत्ते दिमाग उत्ते एक डर जिहा, एक सहम जिहा, एक सोग जिहा छाया हुंदा है। इत्थे हज़ारां वैरी मरे पए सन और लाशां खिलरियां पईयां सन। बोलत बरिंद गुमाए, गिदड़ कूक रहे सन, ਕਾਂ ਚੀਕ ਰਹੇ ਸਨ, ਕਾਵਾਂ ਰੌਲੀ, ਕੁੱਤੇ ਮੁਰਦਿਆਂ ਦੀਆਂ ਲਾਸ਼ਾਂ ਘੜੀਸੀ ਫਿਰਦੇ ਸਨ। ਆਲਾ ਦੁਆਲਾ ਬੜਾ ਭਿਅੰਕਰ ਸੀ। ਪੰਚਵੀਰ ਗੁਰੂ ਤੀਰ ਹੁਤੇ, 5 ਸਿੰਘ ਗੁਰੂ ਸਾਹਿਬ ਕੋਲ ਬਚੇ ਸਨ। 3 ਕਵੀ ਨਾਮ ਸੁਣਾਏ, ਭਾਈ ਸੰਤੋਖ ਸਿੰਘ ਨਾਂ ਦੱਸੇ ਉਹਨਾਂ ਦੇ, ਦਇਆ ਸਿੰਘ ਅਰ ਧਰਮ ਸਿੰਘ ਜੀ, ਮਾਨ ਸਿੰਘ ਤੀਜੋ ਬਰਵੀਰ, संगत सिंह संत सिंह पंचम, तिनों बिठायो दे कर धीर। ये 5 सिंह सन। 3 प्यारे हिम्मत सिंह, मोहकम सिंह, साहब सिंह दिन की लड़ाई च शहीदी पा गए सन। सतगुरु पातशाह महाराज कलगीधर जी नूं 5 सिंह बार बार कह रहे सन, महाराज जिहड़े दरखत की जड़ बच जाए वह फिर हरा हो जाता, जिहदी जड़ पुट्टी जाए वह मुड़ के हरा नहीं होता। आप पंथ के मूल हो, निकसो बचमान, तुसी पंथ की जड़ हो, निकल जाओ। तो महाराज कह रहे सन भी असी इस घड़ी चों नहीं निकलना, क्योंकि जिथे साडे साहिबजादे और सिंह शहीद होए, असी भी इत्थे मर्दां की तरह जामे शहादत प्राप्त करांगे। पर खालसा कह रहे सी, महाराज नीति तो काम लवो, खालसा जे तुसी बच गए फिर प्रगट होएगा तो फिर इन्हां दियां जड़ां पुटेगा। जे तुसी शहीद हो गए, ये सारा जिहड़ा कीता कराया खालसे दा प्रोग्राम इत्थे ही ठप हो जाएगा। बार बार के कहबे निकसन की कर तैयारी, खालसे दे बार बार कहण ते निकलन दी तैयारी कीती। चाहे खालसे दे अब टीका घाली घाल उदारी। महाराज सोचते है जिहड़ी जिम्मेवारी सी वो हुण पूरी कर दईए। जिवें गुरु नानक साहब जान लग्या गद्दी गुरु अंगद साहब नूं दित्ती सी, गुरु अंगद साहब गुरु अमरदास नूं दित्ती सी, साडे तक पहुंची है। ये जोत हुण खालसे नूं दे दईए। खालसे नूं गुरता गद्दी दित्ती चमकौर दी गढ़ी च। महान कोश अते पुराने ग्रंथां च पढ़ो, सूरज प्रकाश गुरबिलास पढ़ो, बार बार गल जिक्र आउंदा है। गढ़ी का नाम ही तिलक स्थान गुरुद्वारा गढ़ी साहब है, पर अज इहदा प्रचार नहीं असीं करते। गुरु साहब ने 5 ਸਿੰਘਾਂ ਨੂੰ खड़ा करके 5 ਦੀਆਂ परिक्रमा कीतियां, नमस्कार कीती, कह खालसा मेरो रूप है खास, खालसे मैं हूँ करो निवास, संचन में मेरो वासा। अपनी जिगा कर गई खालसे नूं सौंप के। धन गुरु गोबिंद सिंह साहब कहन लगे, अज तो बाद कला व्यक्ति गुरु काम नहीं करेगा, जिथे 5 सिंह होणगे जो फैसला करनगे गुरु का फैसला होवेगा। अमृत छकाणगे 5 प्यारे, तनखाईए नूं बख्शणगे 5 प्यारे। कोई पंथ का फैसला होवेगा करनगे 5 प्यारे। ये भजन करके महाराज कलगीधर चमकौर की गढ़ी चों निकले और साध संगत जी ताड़ी मार के निकले। पीरे हिंद में रवद, हिंद का पीर जा रहा, जिहदी हिम्मत है फड़ लो। पातशाह रातों रात माछीवाड़े जंगलों च पहुंचे, जिथों महाराज नूं गुलाबा मसंद अपने घर चुबारे विच लै गया। उस चुबारे च बह के भी एक चिट्ठी औरंगजेब नूं लिखी। वो चिट्ठी क्योंकि पुरातन समय
ਜਦੋਂ ਭਾਈ ਮਨੀ ਸਿੰਘ ਜੀ ਦਸਮ ਦੀ ਬਾਣੀ ਇਕੱਠੀ ਕੀਤੀ ਹੈ ਉਹ ਲੱਭੀ ਨਹੀਂ। ਉਹ ਚਿੱਠੀ ਬਾਬਾ ਸੁਮੇਰ ਸਿੰਘ ਜੀ ਪਟਨਾ ਸਾਹਿਬ ਵਾਲਿਆਂ ਤੋਂ ਭਾਈ ਵੀਰ ਸਿੰਘ ਤੱਕ ਪਹੁੰਚੀ ਸੀ ਤੇ ਡਾਕਟਰ ਭਾਈ ਵੀਰ ਸਿੰਘ ਨੇ ਕਲਗੀਧਰ ਚਮਤਕਾਰ ਵਿੱਚ ਛਾਪੀ ਹੋਈ ਹੈ। ਉਸ ਚਿੱਠੀ ਦਾ ਨਾਮ ਹੈ ਫਤਿਹਨਾਮਾ। ਮਹਾਰਾਜ ਜੀ ਨੇ ਉਹਦੇ 'ਚ 24 ਸ਼ੇਰ ਉਹਦੇ ਮਿਲਦੇ ਹਨ, ਹੋ ਸਕਦਾ ਹੋਰ ਵੀ ਹੋਣ। ਉਹਨਾਂ ਵਿੱਚ ਮਹਾਰਾਜ ਨੇ ਔਰੰਗਜ਼ੇਬ ਨੂੰ ਗੱਲਾਂ ਕਹੀਆਂ ਬੜੀਆਂ ਕਰਾਰੀਆਂ ਵੀ ਕਸਮਾਂ ਤੇਰੀਆਂ ਕਿੱਥੇ ਗਈਆਂ। ਉਹ ਜਿਹੜੀ ਚਿੱਠੀ ਸੀ ਉਹਦੇ 'ਚ ਗੁਰੂ ਸਾਹਿਬ ਨੇ 2 ਪੁੱਤਰਾਂ ਦੇ ਸ਼ਹੀਦੀ ਦਾ ਜ਼ਿਕਰ ਕੀਤਾ ਹੋਇਆ, 4 ਦਾ ਨਹੀਂ। ਕਾਰਨ ਕੀ ਹੈ? ਉਹ ਲਿਖੀ ਗਈ ਹੈ 9 ਪੋਹ ਨੂੰ, ਜਦੋਂ ਮਹਾਰਾਜ 8 ਪੋਹ ਦਾ ਜੰਗ ਕਰਕੇ ਮਾਛੀਵਾੜੇ ਪਹੁੰਚਦੇ ਆ ਤੇ ਅਗਲੇ ਦਿਨ ਹੀ ਚਿੱਠੀ ਲਿਖਦੇ ਔਰੰਗਜ਼ੇਬ। ਉਦੋਂ ਮਹਾਰਾਜ ਕੋਲ 2 ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ, ਬਾਬਾ ਅਜੀਤ ਸਿੰਘ ਤੇ ਬਾਬਾ ਯਾਰ ਸਿੰਘ। ਜਿਹੜੇ ਛੋਟੇ ਸਨ ਉਹਨਾਂ ਦਾ ਅਜੇ ਕੋਈ ਪਤਾ ਨਹੀਂ ਸੀ, ਉਹ ਉਸ ਤੋਂ 4 ਦਿਨ ਬਾਅਦ ਸ਼ਹੀਦ ਹੋਏ ਆ। 13 ਪੋਹ 27 ਦਸੰਬਰ ਨੂੰ ਗੁਰੂ ਸਾਹਿਬ ਜੀ ਮਹਾਰਾਜ ਉਹਦੇ 'ਚ 2 ਪੁੱਤਰਾਂ ਦਾ ਜ਼ਿਕਰ ਸ਼ਹੀਦੀ ਦਾ ਇਸ ਕਰਕੇ ਕਰਦੇ ਵੀ 2 ਅਜੇ ਹੈ ਸਨ। ਉਸ ਚਿੱਠੀ ਨੂੰ ਬਾਦਸ਼ਾਹ ਨੇ ਪੜ੍ਹਿਆ ਜਾਂ ਉਹਦਾ ਜਵਾਬ ਇੱਕ ਕਾਜੀ ਰਾਹੀਂ ਗੁਰੂ ਸਾਹਿਬ ਕੋਲ ਭੇਜਿਆ। ਕਾਜੀ ਫਿਰ ਮਹਾਰਾਜ ਕੋਲ ਆਇਆ। ਗੁਰੂ ਸਾਹਿਬ ਨੇ ਉਹਦਾ ਜ਼ਿਕਰ ਫਿਰ ਜਫਰਨਾਮੇ 'ਚ ਜੋ ਕੀਤਾ, ਅੱਗੇ ਚੱਲ ਕੇ ਆਉਣੀਆਂ ਸਾਰੀਆਂ ਗੱਲਾਂ। ਗੁਰੂ ਸਾਹਿਬ ਮਾਛੀਵਾੜੇ ਤੋਂ ਬਹੁਤ ਮਾਲਵੇ ਦੇ ਪਿੰਡਾਂ 'ਚੋਂ ਵਿਚਰੇ ਹਨ, ਉੱਚਦੇ ਪੀਰ ਬਣ ਕੇ ਗਏ ਹਨ। ਉਹ ਇਤਿਹਾਸ ਸਾਰਾ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਖਾਲਸਾ ਜੀ ਉੱਥੋਂ ਆਪਾਂ ਜ਼ਰੂਰ ਪੜ੍ਹਿਆ ਕਰੀਏ, ਸੁਣਿਆ ਕਰੀਏ, ਫਿਰ ਪਤਾ ਲੱਗਦਾ ਵੀ ਸਾਡੇ ਸਤਿਗੁਰਾਂ ਨੇ ਸਾਡੇ ਲਈ ਕਿੰਨੇ ਕਿੰਨੇ ਜ਼ਫਰ ਜਾਲੇ। ਦੀਨੇ ਕਾਂਗੜ ਦੀ ਧਰਤੀ ਤੇ ਮਹਾਰਾਜ ਪਹੁੰਚ ਗਏ। ਚੌਧਰੀ ਸਮੀਰ ਨੇ ਬੜੀ ਸੇਵਾ ਕੀਤੀ। ਉਹ ਚੌਧਰੀ ਸਮੀਰ ਦੇ ਕੋਲ ਰਹਿ ਕੇ ਸਤਿਗੁਰਾਂ ਨੇ ਦੂਸਰਾ ਜਿਹੜੀ ਫਤਿਹ ਦੀ ਚਿੱਠੀ ਜੋ ਦਸਮ ਦੇ ਭੋਗ ਦੀ ਚਿਤਵਾਣੀ ਹੈ, ਜਿਹਦੀ ਆਪਾਂ ਭੂਮਿਕਾ ਬੰਨ੍ਹ ਰਹੇ ਹਾਂ, ਉਹ ਮਹਾਰਾਜ ਨੇ ਲਿਖਿਆ। ਕਿਵੇਂ ਲਿਖਿਆ ਉਹ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਸੋ ਆਪ ਜੀ ਇਸੇ ਤਰ੍ਹਾਂ ਹਾਜ਼ਰੀਆਂ ਭਰੋ। ਜੋ ਸਮਾਂ ਹੈ ਉਹ 7:30 ਵਜੇ ਤੱਕ ਕੱਲ੍ਹ ਤੋਂ ਵੀ ਇਸੇ ਤਰ੍ਹਾਂ ਹੀ 6:40 ਤੋਂ 7:30 ਤੱਕ 50 ਮਿੰਟ ਇਹ ਸਮੇਂ ਦੀ